ਚੰਨੀ ਸਰਕਾਰ ਨੇ ਦੀਵਾਲੀ ਮੌਕੇ ਪੰਜਾਬੀਆਂ ਨੂੰ ਸਸਤੀ ਬਿਜਲੀ ਦਾ ਤੋਹਫਾ ਦਿੱਤਾ। ਸੀਐਮ ਚੰਨੀ ਨੇ 3 ਰੁਪਏ ਸਸਤੀ ਘਰੇਲੂ ਬਿਜਲੀ ਦਾ ਐਲਾਨ ਕੀਤਾ ਹੈ। ਨਵੇਂ ਰੇਟ ਸੋਮਵਾਰ ਤੋਂ ਹੀ ਲਾਗੂ ਹੋ ਗਏ ਨੇ। ਚੰਨੀ ਸਰਕਾਰ ਨੇ ਮੁਲਾਜ਼ਮਾਂ ਨੂੰ ਵੀ ਦੀਵਾਲੀ ਦੀ ਸੁਗਾਤ ਦਿੱਤੀ ਹੈ। ਡੀਏ ਦੇ ਵਿੱਚ 11% ਦਾ ਵਾਅਦਾ ਕੀਤਾ ਗਿਆ। ਇਸ ਐਲਾਨ ਦੇ ਨਾਲ ਪੰਜਾਬ ਸਰਕਾਰ ਤੇ 440 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਬੋਝ ਪਵੇਗਾ। ਸੀਐਮ ਚੰਨੀ ਦੇ ਦੀਵਾਲੀ ਤੋਹਫਿਆਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਤੰਜ ਕੱਸੇ ਕਿਹਾ ਕਿ ਪੰਜਾਬ ਨੂੰ ਤੋਹਫਿਆਂ ਦੀ ਨਵੀਂ ਨਹੀਂ ਰੋਡ ਮੈਪ ਦੀ ਲੋੜ ਹੈ। ਨਾਲ ਹੀ ਕਿਹਾ ਕਿ ਚੋਣਾਂ ਨੇੜੇ ਆ ਕੇ ਲੋਕਾਂ ਨੂੰ ਲੁਭਾਉਣ ਦੇ ਲਈ ਸਭ ਕੁਝ ਫ੍ਰੀ ਕਿਉਂ ਦਿੱਤਾ ਜਾਂਦਾ ਹੈ। ਸਸਤੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਦਾ ਸਟੰਟ ਦੱਸਿਆ ਤੇ ਚੁਣੌਤੀ ਦਿੰਦਿਆਂ ਕਿਹਾ ਕਿ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਕਾਂਗਰਸ ਸਸਤੀ ਬਿਜਲੀ ਦਾ ਐਲਾਨ ਕਰਕੇ ਵਿਖਾਵੇ। ਚੰਨੀ ਦੇ ਸਸਤੀ ਬਿਜਲੀ ਦੇ ਐਲਾਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਤਾਂ 2017 ਦੇ ਵਿੱਚ ਵੀ ਕੀਤਾ ਸੀ, ਪਰ ਉਹ ਸਿਰਫ ਚੋਣ ਸਟੰਟ ਨਿਕਲਿਆ। ਅਕਾਲੀ ਲੀਡਰਾਂ ਨੇ ਕਿਹਾ 35% ਬਿਜਲੀ ਮਹਿੰਗੀ ਕਰਕੇ ਸਿਰਫ ਇੱਕ ਬਿੱਲ ਮਾਫ ਕੀਤਾ ਜਾ ਰਿਹਾ ਹੈ, ਜੋ ਕਿ ਪੰਜਾਬੀਆਂ ਦੇ ਨਾਲ ਧੋਖਾ ਹੈ। ਪੰਜਾਬ ਸਰਕਾਰ ਦੇ ਦੀਵਾਲੀ ਤੋਹਫੇ ਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੱਲੋਂ ਰੋਡ ਸ਼ੋਅ ਜ਼ਰੀਏ ਜਾਣੂ ਕਰਵਾਇਆ ਗਿਆ। ਇਸ ਰੋਡ ਸ਼ੋਅ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵਿੱਚ ਜੋਸ਼ ਨਜ਼ਰ ਆਇਆ। ਬਰਨਾਲਾ ਦੇ ਵਿੱਚ ਸੀਐਮ ਚੰਨੀ ਦੇ ਬਿਜਲੀ ਅਤੇ ਕਰਮਚਾਰੀਆਂ ਦੇ ਐਲਾਨ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਾਂਗਰਸ ਆਗੂ ਕੇਵਲ ਸਿੰਘ ਢਿੱਲੋਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਦੀਵਾਲੀ ਤੇ ਵੱਡਾ ਤੋਹਫਾ ਦਿੱਤਾ। ਮੁੱਖ ਮੰਤਰੀ ਚੰਨੀ ਦੇ 3 ਰੁਪਏ ਸਸਤੀ ਬਿਜਲੀ ਦੇਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ 11% ਡੀਏ ਦੇ ਵਿੱਚ ਵਾਧਾ ਦਾ ਐਲਾਨ ਤੋਂ ਨਾਭਾ ਦੇ ਵਿੱਚ ਸਾਬਕਾ ਮੰਤਰੀ ਧਰਮਸੋਤ ਦੇ ਵੱਲੋਂ ਲੱਡੂ ਵੰਡੇ ਗਏ। ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਨਜ਼ਰ ਆਇਆ। ਪੰਜਾਬ ਦੇ ਵਿੱਚ 16 ਆਈਏਐਸ ਸਣੇ 46 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ 2 ਜ਼ਿਲ੍ਹਿਆਂ ਨੂੰ ਨਵੇਂ ਡੀਸੀ ਵੀ ਮਿਲੇ ਨੇ। ਪੂਨਮਜੀਤ ਕੌਰ ਨੂੰ ਫਤਿਹਗੜ੍ਹ ਸਾਹਿਬ ਤੇ ਦਵਿੰਦਰ ਸਿੰਘ ਨੂੰ ਫਿਰੋਜ਼ਪੁਰ ਦਾ ਨਵਾਂ ਡੀਸੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵੱਡੇ ਪੱਧਰ ਤੇ ਏਡੀਸੀ ਤੇ ਐਸਡੀਐਮ ਦੇ ਤਬਾਦਲੇ ਵੀ ਕੀਤੇ ਗਏ ਨੇ। ਤਰਨਤਾਰਨ ਪਹੁੰਚੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੀਐਸਐਫ ਨੂੰ 50 ਕਿਲੋਮੀਟਰ ਦਾ ਇਲਾਕਾ ਨਹੀਂ ਦੇਣ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਤਿਉਹਾਰੀ ਸੀਜ਼ਨ ਦੇ ਵਿੱਚ ਲੋਕਾਂ ਤੇ ਮਹਿੰਗਾਈ ਦਾ ਡਬਲ ਅਟੈਕ ਹੋਇਆ। ਕਮਰਸ਼ੀਅਲ ਐਲਪੀਜੀ ਸਿਲੰਡਰ 266 ਰੁਪਏ ਮਹਿੰਗਾ ਹੋਇਆ। ਹੁਣ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 2000 ਰੁਪਏ ਦਾ ਮਿਲੇਗਾ। ਇਸ ਦੀ ਪਹਿਲਾਂ ਕੀਮਤ 1734 ਰੁਪਏ ਸੀ। ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਲਗਾਤਾਰ ਜਾਰੀ ਹੈ। ਅੱਜ ਫਿਰ ਪੈਟਰੋਲ ਡੀਜ਼ਲ 35 ਪੈਸੇ ਮਹਿੰਗਾ ਹੋਇਆ। ਪੰਜਾਬ ਦੇ ਵਿੱਚ ਪੈਟਰੋਲ 110 ਰੁਪਏ ਤੇ ਡੀਜ਼ਲ 100 ਰੁਪਏ ਤੋਂ ਪਾਰ ਹੋ ਗਿਆ। ਲੁਧਿਆਣਾ ਵਿੱਚ ਅਕਾਲੀ ਦਲ ਦੇ ਵੱਲੋਂ ਵਾਧੀ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਨੇ ਵਾਧੀ ਮਹਿੰਗਾਈ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੀ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਤਿਉਹਾਰਾਂ ਮੌਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਮੁਕਤਸਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਰੋਜ਼ਾਨਾ ਆਮਦਨ ਲਗਾਤਾਰ ਵਧ ਰਹੀ ਹੈ ਤੇ ਉਹ 3 ਮਹੀਨਿਆਂ ਦੇ ਅੰਦਰ ਹੀ ਅਜਿਹਾ ਕੰਮ ਕਰਕੇ ਵਿਖਾਉਣਗੇ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਯਾਦ ਰੱਖਣਗੇ। ਅੰਮ੍ਰਿਤਸਰ ਵਿੱਚ ਯੂਥ ਅਕਾਲੀ ਦਲ ਦੇ ਵੱਲੋਂ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। 84 ਦੰਗਿਆਂ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਬੀਤੇ ਦਿਨੀ ਕਾਂਗਰਸ ਪਾਰਟੀ ਨੇ ਆਪਣਾ ਪਰਮਾਨੈਂਟ ਇਨਵਾਈਟੀ ਨਿਯੁਕਤ ਕੀਤਾ। ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਯੂਥ ਅਕਾਲੀ ਦਲ ਨੇ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ। ਅਕਾਲੀ ਦਲ ਨੇ ਕਾਂਗਰਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬੰਟੀ ਰੋਮਾਣਾ ਨੇ ਕਿਹਾ ਕਿ ਇੱਕ ਵਾਰ ਫਿਰ ਕਾਂਗਰਸ ਨੇ ਜਗਦੀਸ਼ ਟਾਈਟਲਰ ਨੂੰ ਕਮੇਟੀ ਮੈਂਬਰ ਬਣਾ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ। ਹਰਿਆਣਾ ਦੇ ਜੀਂਦ ਦੇ ਵਿੱਚ ਕਿਸਾਨਾਂ ਨੇ ਮਹਾ ਪੰਚਾਇਤ ਕੀਤੀ, ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਅੰਦੋਲਨ ਨੂੰ ਕੋਈ ਨੁਕਸਾਨ ਪਹੁੰਚਾਇਆ ਤਾਂ ਹਰਿਆਣਾ ਤੋਂ ਲੱਖਾਂ ਕਿਸਾਨ ਦਿੱਲੀ ਪਹੁੰਚ ਜਾਣਗੇ। ਹਰਿਆਣਾ ਦੇ ਜੀਂਦ ਤੋਂ ਬੀਜੇਪੀ ਵਿਧਾਇਕ ਕ੍ਰਿਸ਼ਨ ਮਿੱਡਾ ਨੇ ਵਪਾਰੀਆਂ ਦੇ ਨਾਲ ਮੀਟਿੰਗ ਦੌਰਾਨ ਵਿਵਾਦਿਤ ਬਿਆਨ ਦਿੱਤਾ। ਉਹਨਾਂ ਕਿਹਾ ਕਿ ਦੁਕਾਨਾਂ 'ਚ ਇੱਕ ਲੱਠ ਰੱਖ ਲਵੋ, ਸਿਰਫ ਪੁਲਿਸ ਅਤੇ ਸਰਕਾਰ ਦੇ ਭਰੋਸੇ ਨਾ ਰਹੋ, ਆਪ ਵੀ ਆਪਣੀ ਸੁਰੱਖਿਆ ਕਰੋ।
पंजाब के खेतीबाड़ी मंत्री काका रणदीप सिंह ने मीह के कारण खराब हुई सब्जियां ते फलों की गिरदावरी करवा के बनदा मुआवजा देने का ऐलान किया। खेतीबाड़ी मंत्री अमलोक पहुंचे सन। इत्थे उन्होंने यह ऐलान किया जिस तो इस तो पहला नुकसानी नरमे की फसल का मुआवजा ऐलानिया गया। रोपड़ दे विच किसानां ने खराब हुई फसलों का मुआवजा जल्द तो जल्द देने के लिए डीसी नूं मंग पत्र सौंपिया। किसानां ने कहा कि सरकार ने खराब हुई नरमे की फसल के लिए तो मुआवजा ऐलान दिता, पर गुलाबी सुंडी ते मीह कारण खराब हुई झोने की फसल लिए मुआवजा अजे तक नहीं ऐलानिया गया। पटियाला के भाषा विभाग के विच पंजाब दिवस नूं समर्पित पंजाबी माह की शुरुआत मौके सिक्ख्या मंत्री प्रगट सिंह ने शिरकत की। प्रगट सिंह ने कहा कि पंजाबी भाषा नूं बनदा मान सन्मान देने के लिए पंजाब सरकार वड्डे पद्धर ते काम कर रही है। पंजाब दे विच डेंगू के मामले च वाधा लगातार जारी है। इस दे चलदे सूबे दे विच डेंगू के मामले 16,000 तो पार हो गए ने। पंजाब दे विच हुण तक डेंगू के 16,450 केस सामने आ चुके हैं ते 61 लोगों की मौत हो गई है। अंबाला दे विच दिवाली तो पहला फायर विभाग पूरी तरह दे नाल चौकस है ताकि जे आतिशबाजी के कारण किते अग लग जाती है तो जल्दी उस ते काबू पाया जा सके। उन्होंने लोगों को दिवाली ते सावधानी दे नाल पटाके चलाउण दी अपील की है। भाखड़ा डैम का दौरा करन पहुंचे केंद्रीय मंत्री आर.के. सिंह ने भाखड़ा के नवीनीकरण ते अपग्रेड बारे गलबात की। खेती कानूनों ते बोलदे उन्होंने कहा कि सरकार गलबात के लिए हर समय तैयार है। पठानकोट च बैराज औसती संघर्ष कमेटी के 2 मैंबर अपन मंगां नूं लैके हाई वोल्टेज बिजली दी तारां ते चढ़ गए। उन्होंने दस्सिया कि लंबे समय तो नौकरी की मांग कर रहे हैं पर उन्हों की सुनवाई नहीं हो रही। फरीदाबाद के पिंड खेड़ी दे विच आवारा सांड ने एक महिला की जान लैनी। पूरी घटना सीसीटीवी च कैद हो गई है जिस दे विच आवारा सांड ने बुरी तरह महिला ते हमला किया। जींद दे विच डीएपी खाद की कमी नूं लैके किसान एसडीएम दफ्तर के बाहर धरने ते बैठे। किसानों का कहना है कि खाद की कमी कारण फसल की बिजाई दे विच दिक्कत आ रही है। किसानों ने खाद की कमी पूरी न होने तक धरना जारी रखने का ऐलान किया। टोहाणा दे विच डीएपी खाद की किल्लत अजे भी बरकरार है। खाद स्टोर के बाहर किसानों दी लंबियां कतारां लगियां हुईयां ने। किसानों का कहना है सारा दिन लाइन च लग के खाद नहीं मिल रही। इस दे नाल ही कणक की फसल बीजण दे विच भी देरी हो जाएगी। तलवंडी साबो च रामा सीड प्रोड्यूसर एसोसीएशन ने ट्रक यूनियन ते गुंडागर्दी करने के इल्जाम लाए ते प्रशासन के खिलाफ धरना दिता। प्रदर्शनकारी ने ट्रक यूनियन ते सरकार की शह ते गुंडा टैक्स वसूलन के दोष भी लगाए, इल्जाम भी लगाए, जबकि ट्रक यूनियन के कर्मचारी ने अपने उत्ते लगे इल्जामां नूं बेबुनियाद करार दिता।